ਸਟੂਡੈਂਟਸ ਤੁਹਾਡੇ ਸਿਲੇਬਸ ਦੇ ਵਿੱਚ +2 ਦੇ ਸਿਲੇਬਸ ਦੇ ਵਿੱਚ ਗ੍ਰਾਮਰ ਦੇ ਟੌਪਿਕ ਟਰਾਂਸਫਰਮੇਸ਼ਨ ਆਫ ਸੈਂਟੈਂਸਸ ਦੇ ਵਿੱਚ ਫਰਸਟ ਟੌਪਿਕ ਰਿਮੂਵਲ ਆਫ ਟੂ ਨੂੰ ਅੱਜ ਅਸੀਂ ਕਰਨ ਜਾ ਰਹੇ ਹਾਂ। ਟੂ ਨੂੰ ਰਿਮੂਵ ਕਰਨਾ ਤੁਸੀਂ +1 ਦੇ ਵਿੱਚ ਵੀ ਸਿੱਖਿਆ ਸੀਗਾ। ਇਸ ਟੌਪਿਕ ਨੂੰ ਅਸੀਂ ਦੁਬਾਰਾ ਰਿਵਾਈਜ਼ ਕਰ ਲਈਏ। TOO ਟੂ ਦਾ ਮੀਨਿੰਗ ਕੀ ਹੁੰਦਾ ਹੈ? ਜ਼ਿਆਦਾ, ਟੂ ਮੱਚ। ਜ਼ਿਆਦਾ ਦੇ ਲਈ ਟੂ ਨੂੰ ਯੂਜ਼ ਕੀਤਾ ਜਾਂਦਾ ਔਰ ਇਹਨੂੰ ਕਿਸ ਤਰੀਕੇ ਦੇ ਨਾਲ ਸੈਂਟੈਂਸ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਟੂ ਨੂੰ ਰਿਮੂਵ ਕਰਕੇ ਅਸੀਂ ਇੱਕ ਸਿੰਪਲ ਸੈਂਟੈਂਸ ਬਣਾ ਸਕਦੇ ਹਾਂ ਔਰ ਇਸ ਦੀ ਕਿਉਂ ਜ਼ਰੂਰਤ ਹੁੰਦੀ ਹੈ? ਟਰਾਂਸਫਾਰਮੇਸ਼ਨ ਨੂੰ ਕਰਨ ਵਾਸਤੇ ਵਟ ਇਜ਼ ਦ ਮੀਨਿੰਗ ਆਫ ਟਰਾਂਸਫਾਰਮੇਸ਼ਨ? ਟਰਾਂਸਫਾਰਮੇਸ਼ਨ ਦੀ ਜ਼ਰੂਰਤ ਕਿਉਂ ਪੈਂਦੀ? ਟਰਾਂਸਫਾਰਮ ਕਰਨਾ ਮਤਲਬ ਬਦਲਣਾ, ਔਰ ਬਦਲਣੇ ਦੇ ਲਈ ਸਾਨੂੰ ਕਿਉਂ ਜ਼ਰੂਰਤ ਪੈਂਦੀ ਹੈ ਕਿ ਅਸੀਂ ਆਪਣੇ ਲਿਖਣ ਦਾ ਜਾਂ ਬੋਲਣ ਦਾ ਲਹਿਜਾ ਜੋ ਹੈ ਉਹਨੂੰ ਸਟਾਈਲ ਨੂੰ ਚੇਂਜ ਕਰਨ ਲਈ ਅਸੀਂ ਟਰਾਂਸਫਾਰਮ ਕਰਦੇ ਹਾਂ। ਆਪਣੀ ਕਹੀ ਹੋਈ ਗੱਲ ਨੂੰ, ਬੋਲਣ ਦੇ ਤਰੀਕੇ ਨੂੰ ਕੁਝ ਅਲੱਗ ਢੰਗ ਦੇ ਨਾਲ ਬੋਲਦੇ ਹਾਂ। ਉਹਦੇ ਲਈ ਅਸੀਂ ਸੈਂਟੈਂਸਸ ਨੂੰ ਟਰਾਂਸਫਾਰਮ ਕਰਨਾ ਸਿੱਖਦੇ ਹਾਂ। ਰਿਮੂਵਲ ਆਫ ਟੂ ਦੇ ਵਿੱਚ ਟੌਪਿਕ ਦੇ ਵਿੱਚ ਸਟਾਰਟਿੰਗ ਕਰਦੇ ਹਾਂ ਆਪਾਂ। ਸੈਂਟੈਂਸ ਜੋ ਆਂਦਾ ਹੈ ਤੁਹਾਨੂੰ ਉਹਦੇ ਵਿੱਚ ਟੂ TOO ਦੇ ਨਾਲ ਅੱਗੇ ਚੱਲ ਕੇ ਟੂ ਜਾਂ ਫੋਰ ਦੇ ਵਿੱਚੋਂ ਇੱਕ ਚੀਜ਼ ਦਿੱਤੀ ਜਾਂਦੀ ਹੈ ਔਰ ਅਗਰ ਇਸ ਤਰੀਕੇ ਦੇ ਨਾਲ TOO ਦੇ ਨਾਲ ਟੂ ਦਿੱਤਾ ਹੋਏ ਜਾਂ ਫੋਰ ਦਿੱਤਾ ਹੋਏ ਤੇ ਇੱਥੇ ਨੈਗੇਟਿਵ ਸੈਂਸ ਆਉਂਦੀ ਹੈ ਸੈਂਟੈਂਸ ਦੀ, ਜਿੱਥੇ ਸਾਨੂੰ ਪਤਾ ਲੱਗਦਾ ਹੈ ਕਿ ਇੱਥੇ ਨਕਾਰਾਤਮਕ ਗੱਲ ਕੀਤੀ ਗਈ ਹੈ, ਨੈਗੇਟਿਵ ਗੱਲ ਕੀਤੀ ਗਈ ਹੈ। ਔਰ ਇਹਦੇ ਐਗਜ਼ਾਮਪਲ ਸਮਝ ਕੇ ਸਾਨੂੰ ਜ਼ਿਆਦਾ ਕਲੀਅਰ ਹੋਏਗਾ। ਜਦੋਂ ਅਸੀਂ ਟਰਾਂਸਫਾਰਮ ਕਰਨਾ ਹੈ ਸੈਂਟੈਂਸ ਨੂੰ ਜਿਹਦੇ ਵਿੱਚ ਕਿ TOO ਦਿੱਤਾ ਹੋਇਆ, ਤੇ ਉਹਦੇ ਲਈ ਟੂ ਨੂੰ ਹਟਾ ਕੇ ਕੀ ਲਗਾਉਣਾ ਹੈ? ਸੋ ਲਗਾਉਣਾ ਹੈ। ਔਰ ਟੂ ਜਾਂ ਜੋ ਫੋਰ ਸਿੰਪਲ TO ਵਾਲਾ ਟੂ ਜਾਂ ਫੋਰ ਹੋਏ ਤੇ ਉਹਨੂੰ ਹਟਾ ਕੇ ਅਸੀਂ ਦੈਟ ਲਗਾਉਣਾ ਹੈ। ਔਰ ਕਿਉਂਕਿ ਉਹ ਨੈਗੇਟਿਵ ਸੈਂਸ ਦੇ ਰਿਹਾ ਇਸ ਕਰਕੇ ਕੈਨ ਨਾਟ ਅਗਰ ਪ੍ਰੈਜ਼ੈਂਟ ਹੈ, ਔਰ ਅਗਰ ਪਾਸਟ ਹੈ ਤੇ ਕੁਡ ਨਾਟ। ਪ੍ਰੈਜ਼ੈਂਟ ਔਰ ਪਾਸਟ ਦੇ ਵਿੱਚ ਦੋਨੋਂ ਨੂੰ ਧਿਆਨ ਰੱਖਣਾ ਹੈ ਕਿ ਕਿੱਥੇ ਕੈਨ ਆ ਰਿਹਾ ਔਰ ਕਿੱਥੇ ਕੁਡ ਆ ਰਿਹਾ। ਹੁਣ ਇੱਥੇ ਦੇਖਣਾ ਹੈ ਇੱਕ ਇੰਪੋਰਟੈਂਟ ਚੀਜ਼ ਇੱਥੇ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਅਗਰ ਸੈਂਟੈਂਸ ਦੇ ਵਿੱਚ ਜੋ ਸੈਂਟੈਂਸ ਤੁਹਾਨੂੰ ਟਰਾਂਸਫਾਰਮ ਕਰਨ ਵਾਸਤੇ ਦਿੱਤਾ ਗਿਆ, ਅਗਰ ਉਹਦੇ ਵਿੱਚ ਨਾਟ ਨਹੀਂ ਦਿੱਤਾ, ਦੈਟ ਮੀਨਸ ਉਹ ਪੋਜ਼ਿਟਿਵ ਹੈ, ਅਫਰਮੇਟਿਵ ਸੈਂਟੈਂਸ ਹੈ, ਲੇਕਿਨ ਜਦੋਂ ਅਸੀਂ ਉਹਨੂੰ ਚੇਂਜ ਕਰਾਂਗੇ ਤੇ ਉਹ ਕਿਹਦੇ ਵਿੱਚ ਚੇਂਜ ਕਰਨਾ ਹੈ? ਨੈਗੇਟਿਵ ਬਣਾ ਕੇ ਚੇਂਜ ਕਰਨਾ ਹੈ। ਔਰ ਸਪੋਜ਼ ਅਗਰ ਫਸਟ ਸੈਂਟੈਂਸ ਦੇ ਵਿੱਚ ਕੋਈ ਨੈਗੇਟਿਵ ਵਰਡ ਆ ਗਿਆ, ਨਨ ਆ ਗਿਆ, ਨੋ ਵਨ ਆ ਗਿਆ, ਇਸ ਤਰੀਕੇ ਦੇ ਨਾਲ ਜਾਂ ਨਾਟ ਵਰਡ ਦਿੱਤਾ ਹੋਇਆ ਤੇ ਇੱਥੇ ਆਪਾਂ ਉਹਨੂੰ ਪੋਜ਼ਿਟਿਵ ਕਰਨਾ ਹੈ, ਉਹਨੂੰ ਅਫਰਮੇਟਿਵ ਕਰਨਾ ਹੈ। ਐਗਜ਼ਾਮਪਲ ਕਰਨ ਦੇ ਨਾਲ ਹੋਰ ਕਲੀਅਰ ਹੋ ਜਾਏਗਾ। ਦੇਖੀਏ ਫਸਟ ਸੈਂਟੈਂਸ, ਹੀ ਇਜ਼ ਟੂ ਵੀਕ ਟੂ ਰਨ ਫਾਸਟ। ਇਹਦਾ ਅਗਰ ਪੰਜਾਬੀ ਟਰਾਂਸਲੇਸ਼ਨ ਤੁਸੀਂ ਕਰਦੇ ਹੋ ਤੇ ਉਹ ਇੰਨਾ ਕਮਜ਼ੋਰ ਹੈ ਕਿ ਉਹ ਤੇਜ਼ ਨਹੀਂ ਦੌੜ ਸਕਦਾ। ਔਰ ਇੱਥੇ TOO ਦੇ ਨਾਲ ਟੂ ਜਾਂ ਫੋਰ ਦੇ ਵਿੱਚੋਂ ਟੂ ਦਿੱਤਾ ਗਿਆ ਹੈ ਤੇ ਇਹਨੂੰ ਚੇਂਜ ਕਰਨ ਲਈ ਆਪਾਂ ਕਿਹੜੀ ਚੀਜ਼ ਨੂੰ ਧਿਆਨ ਰੱਖਣਾ ਹੈ? ਇਸ ਟੂ ਨੂੰ ਆਪਾਂ ਚੇਂਜ ਕਰਨਾ ਹੈ ਸੋ ਦੇ ਵਿੱਚ, ਜੋ ਕਿ ਇੱਥੇ ਦੇਖਿਆ, ਔਰ ਇੱਥੇ ਟੂ ਨੂੰ ਦੈਟ ਦੇ ਵਿੱਚ ਚੇਂਜ ਕਰਨਾ ਹੈ। ਔਰ ਕਿਉਂਕਿ ਇਜ਼ ਲੱਗਾ ਹੋਇਆ ਇੱਥੇ ਇਸ ਕਰਕੇ ਕੈਨ ਨਾਟ ਆ ਜਾਏਗਾ। ਔਰ ਸਬਜੈਕਟ ਹੀ ਹੈ ਤੇ ਉਹਦੇ ਅਕੋਰਡਿੰਗ ਹੀ ਸੈਂਟੈਂਸ ਦਾ ਆਨਸਰ ਬਣੇਗਾ। ਦਿਸ ਇਜ਼ ਦਾ ਆਨਸਰ, ਹੀ ਇਜ਼ ਸੋ ਵੀਕ ਦੈਟ ਹੀ ਕੈਨ ਨਾਟ ਰਨ ਫਾਸਟ। ਅੰਡਰਲਾਈਨ ਕੀਤਾ ਹੋਇਆ ਮੈਂ ਸੇਮ ਕਲਰ ਦੇ ਨਾਲ, ਜਿੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਚੀਜ਼ ਕਿਹਦੇ ਅਕੋਰਡਿੰਗ ਚੇਂਜ ਹੋਈ ਹੈ। ਟੂ ਦੀ ਜਗ੍ਹਾ ਸੋ ਆ ਗਿਆ ਔਰ ਇਟਸ ਟੂ ਦੀ ਜਗ੍ਹਾ ਦੈਟ ਆ ਗਿਆ ਔਰ ਇਹ ਹੀ ਇਸ ਸਬਜੈਕਟ ਦੇ ਅਕੋਰਡਿੰਗ ਚੇਂਜ ਹੋਇਆ। ਕੈਨ ਨਾਟ ਕਿਉਂ ਆਇਆ? ਕਿਉਂਕਿ ਇੱਥੇ ਇਜ਼ ਦਿੱਤਾ ਹੋਇਆ। ਹੀ ਇਜ਼ ਸੋ ਵੀਕ ਦੈਟ ਹੀ ਕੈਨ ਨਾਟ ਰਨ ਫਾਸਟ। ਇੱਥੇ ਦੇਖੀਏ ਤੁਸੀਂ ਆਹ ਸੈਂਟੈਂਸ ਦੇ ਵਿੱਚ ਨਾਟ ਨਹੀਂ ਦਿੱਤਾ, ਲੇਕਿਨ ਅਸੀਂ ਇਹਦੇ ਟਰਾਂਸਫਾਰਮ ਕਰਨ ਦੇ ਵਿੱਚ ਜਦੋਂ ਟੂ ਨੂੰ ਰਿਮੂਵ ਕੀਤਾ ਤੇ ਇੱਥੇ ਨਾਟ ਆ ਗਿਆ। ਨੈਕਸਟ ਸੈਂਟੈਂਸ ਦੇਖਦੇ ਹਾਂ। ਸ਼ੀ ਇਜ਼ ਟੂ ਸ਼ਾਈ ਟੂ ਟਾਕ ਐਨੀਵਨ। ਇੰਨੀ ਜ਼ਿਆਦਾ ਸ਼ਾਈ ਹੈ, ਸ਼ਰਮੀਲੀ ਹੈ ਕਿ ਉਹ ਕਿਸੇ ਨਾਲ ਗੱਲ ਨਹੀਂ ਕਰ ਸਕਦੀ। ਤੇ ਇਹਨੂੰ ਜਦੋਂ ਆਪਾਂ ਚੇਂਜ ਕਰਾਂਗੇ ਤੇ ਇਸ ਸੈਂਟੈਂਸ ਨੂੰ ਚੇਂਜ ਕਰਨ ਦੇ ਲਈ ਜੋ ਟਰਾਂਸਫਾਰਮ ਕਰਕੇ ਟੂ ਨੂੰ ਹਟਾ ਕੇ ਆਪਾਂ ਸੈਂਟੈਂਸ ਬਣਾਉਣਾ, ਸ਼ੀ ਇਜ਼ ਸੋ ਸ਼ਾਈ ਦੈਟ ਸ਼ੀ ਕੈਨ ਨਾਟ ਟਾਕ ਐਨੀਵਨ। ਦਿਸ ਇਜ਼ ਦ ਟਰਾਂਸਫਾਰਮਡ ਸੈਂਟੈਂਸ। ਇੱਥੇ ਤੁਸੀਂ ਨੋਟ ਕਰ ਸਕਦੇ ਆ ਕਿ ਇਸ ਟੂ ਦੀ ਜਗ੍ਹਾ ਸੋ ਲੱਗ ਗਿਆ, ਇਸ ਟੂ ਦੀ ਜਗ੍ਹਾ ਦੈਟ ਲੱਗ ਗਿਆ। ਸ਼ੀ ਦੇ ਅਕੋਰਡਿੰਗ ਇੱਥੇ ਸਬਜੈਕਟ ਦੇ ਅਕੋਰਡਿੰਗ ਸ਼ੀ ਹੋਇਆ ਚੇਂਜ। ਔਰ ਫਸਟ ਦੇ ਵਿੱਚ ਕਿਉਂਕਿ ਪ੍ਰੈਜ਼ੈਂਟ ਹੈ ਇਜ਼ ਲੱਗਾ ਹੋਇਆ, ਦੈਟ ਇਜ਼ ਵਾਈ ਕੈਨ ਨਾਟ ਆ ਗਿਆ। ਔਰ ਇਸ ਸੈਂਟੈਂਸ ਨੂੰ ਆਪਾਂ ਇਸ ਤਰੀਕੇ ਦੇ ਨਾਲ ਲਿਖ ਸਕਦੇ ਹਾਂ। ਨੈਕਸਟ ਸੈਂਟੈਂਸ, ਹੀ ਵਾਜ਼ ਟੂ ਵੀਕ ਟੂ ਗੈਟ ਗੁੱਡ ਮਾਰਕਸ। ਹੁਣ ਧਿਆਨ ਦੀजिए ਇੱਥੇ
ਇਸ ਦੀ ਜਗ੍ਹਾ ਕੀ ਹੈ, was ਹੈ। ਉਹ ਇੰਨਾ ਕਮਜ਼ੋਰ ਸੀਗਾ, ਟੂ ਵੀਕ, ਇੰਨਾ ਕਮਜ਼ੋਰ ਟੂ ਗੈਟ ਗੁੱਡ ਮਾਰਕਸ, ਕਿ ਉਹਦੇ ਅੱਛੇ ਮਾਰਕਸ ਨਹੀਂ ਆ ਸਕਦੇ ਸੀ, ਉਹ ਅੱਛੇ ਮਾਰਕਸ ਨਹੀਂ ਲੈ ਸਕਦਾ ਸੀਗਾ। he was ਹੈ, that is why the transformed sentence is like this, he was so weak, to ਦੀ ਜਗ੍ਹਾ so word use ਹੋਇਆ, that he could not, why we place it could not, because there is was, past है, could not get good marks। very simple है, बहुत आसान तरीके ਦੇ ਨਾਲ ਆਪਾਂ ਇਹਨੂੰ ट्रांसफॉर्म कर लिया। ਹੁਣ नेक्स्ट सेंटेंस देखिए, there was too dark to go outside, some complexity in this sentence, there was too dark to go outside। ਇਹਨੂੰ ਜਦੋਂ ਚੇਂਜ ਕਰਨਾ ਹੈ ਤੇ ਆਪਾਂ ਕੀ ਚੇਂਜ ਕੀਤਾ ਟ੍ਰਾਂਸਫਾਰਮ ਕਰਕੇ, there was so dark that, ਹੁਣ ਇੱਥੇ ਸਬਜੈਕਟ ਕੁਝ ਨਹੀਂ ਦਿੱਤਾ ਹੋਇਆ, ਬਾਹਰ ਜਾਣ ਲਈ ਬਹੁਤ ਜ਼ਿਆਦਾ ਹਨੇਰਾ ਸੀ, ਬਾਹਰ ਜਾਣ ਲਈ ਹਨੇਰਾ ਸੀਗਾ, there was so dark, to ਦੀ ਜਗ੍ਹਾ so ਲਗਾ ਲਿਆ, that one, ਹੁਣ ਇੱਥੇ ਸਬਜੈਕਟ ਕਿੱਥੋਂ ਆਇਆ, ਇੱਥੇ ਤੁਸੀਂ one ਵੀ ਲਗਾ ਸਕਦੇ ਆ, ਵੀ ਵੀ ਲਗਾ ਸਕਦੇ ਆ, ਕਿਸੇ ਬੁੱਕ ਦੇ ਵਿੱਚ ਵੀ ਦਿਖਿਆ ਹੋਏਗਾ। we could not, could ਕਿਉਂ ਆਇਆ, because was ਹੈ, we could not go outside। ਇੱਥੇ ਸਿਰਫ ਇੱਕ ਇਹੀ ਚੇਂਜ ਹੈ ਕਿ ਇੱਥੇ one ਲਗਾਇਆ ਅਸੀਂ, ਕਿਉਂਕਿ ਇੱਥੇ ਸਬਜੈਕਟ ਨਹੀਂ ਦਿੱਤਾ ਗਿਆ। ਇਸ ਸੈਂਟੈਂਸ ਨੂੰ ਦੂਸਰੇ ਤਰੀਕੇ ਦੇ ਨਾਲ ਵੀ ਸੋਲਵ ਕੀਤਾ ਜਾ ਸਕਦਾ। there was so dark that none could go outside। none ਦੇ ਵਿੱਚ ਆਪਣੇ ਆਪ ਦੇ ਵਿੱਚ ਨੈਗੇਟਿਵਿਟੀ ਹੈ, ਇਸ ਨੈਗੇਟਿਵ ਸੈਂਸ ਹੈ, ਇਸ ਕਰਕੇ ਇੱਥੇ could not ਨਹੀਂ ਆਇਆ, ਸਿਰਫ could ਆਇਆ, ਕਿਉਂਕਿ ਆਲਰੇਡੀ none ਲੱਗਿਆ ਹੋਇਆ। none ਜਿੱਥੇ ਲੱਗਿਆ ਉੱਥੇ ਫਿਰ ਬਾਅਦ ਦੇ ਵਿੱਚ not ਨਹੀਂ ਲਗਾਇਆ ਜਾਂਦਾ। ਦੋਨੋਂ ਤਰੀਕੇ ਦੇ ਵਿੱਚੋਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਸੋਲਵ ਕਰ ਸਕਦੇ ਆ। ਇਹਦੇ 'ਚ ਆਪਾਂ ਲਿਖਿਆ ਕਿ none ਦੇ ਵਿੱਚ ਆਲਰੇਡੀ ਨੈਗੇਟਿਵ ਸੈਂਸ ਦਿੱਤੀ ਗਈ ਹੈ। ਨੈਕਸਟ ਸੈਂਟੈਂਸ ਦੇਖੀਏ, tea is too hot to drink। tea is too hot, ਇੱਥੇ ਵੀ ਸਬਜੈਕਟ ਹੋਰ ਨਹੀਂ ਦਿੱਤਾ ਹੋਇਆ ਕਿ ਕਿਹਦੇ ਲਈ, ਕਿੰਨੇ ਪੀਣੀ ਹੈ, ਉਹ ਨਹੀਂ ਦਿੱਤਾ ਗਿਆ। ਲੇਕਿਨ ਆਪਾਂ ਜਦੋਂ ਇਹਨੂੰ ਚੇਂਜ ਕਰਾਂਗੇ ਤੇ ਫਿਰ tea is so hot that one cannot drink it, ਜਾਂ ਫਿਰ tea is so hot that none can drink it। ਇਸ ਤਰੀਕੇ ਦੇ ਨਾਲ, ਦੋਨੋਂ ਤਰੀਕੇ ਦੇ ਨਾਲ ਤੁਸੀਂ ਇਹਨੂੰ ਸੋਲਵ ਕਰ ਸਕਦੇ ਆ। ਹੁਣ ਦੇਖੀਏ ਕੁਝ ਅਲੱਗ ਤਰ੍ਹਾਂ ਦੇ ਸੈਂਟੈਂਸਸ। The tree is too high for one to climb। tree is too high for me, ਇੱਥੇ me ਵੀ ਨਾਲ ਦਿੱਤਾ ਹੋਇਆ, ਮੇਰੇ ਲਈ ਚੜਨਾ ਬਹੁਤ ਮੁਸ਼ਕਿਲ ਹੈ, ਬਹੁਤ ਜ਼ਿਆਦਾ ਹਾਈ ਹੈ tree। ਤਾਂ ਆਂਸਰ ਦੇਖੀਏ, this tree is so high, to ਦੀ ਜਗ੍ਹਾ so ਤਾਂ ਲਗਾ ਲਿਆ, that ਇੱਥੇ me ਸੀਗਾ, ਮੇਰੇ ਲਈ ਮੁਸ਼ਕਿਲ ਹੈ, for me, ਇੱਥੇ टी ओ ਸਿੰਗਲ ਵਾਲਾ ਨਹੀਂ ਹੈ, ਉਹਦੀ ਜਗ੍ਹਾ for ਹੈ। ਜੋ ਅਸੀਂ ਪੜ੍ਹਿਆ ਸੀਗਾ ਕਿ ਅਗਰ to ਜਾਂ for ਲੱਗਾ ਹੋਏ to ਦੇ ਅੱਗੇ ਤੇ ਫਿਰ ਵੀ ਆਪਾਂ that ਲਗਾ ਦੇਣਾ, ਤੇ ਇੱਥੇ that यूज ਹੋਇਆ। ਔਰ I ਕਿਉਂ ਆਇਆ, because of me, I cannot, because present है, climb it। नेक्स्ट देखिए, my heart is too full for words। my heart is too full, बहुत ज़्यादा शब्दां ਲਈ। my heart is so full that I cannot speak, ਇੰਨੇ ਜ਼ਿਆਦਾ ਸ਼ਬਦ ਹੈ ਮੇਰੇ ਕੋ ਕਿ ਮੈਂ ਬੋਲ ਨਹੀਂ ਸਕਦਾ। ਔਰ I ਕਿਉਂ ਆਇਆ, because of my ਲਿਖਿਆ ਹੋਇਆ ਸੈਂਟੈਂਸ ਦੇ ਵਿੱਚ, ਇਸ ਕਰਕੇ I ਆਏਗਾ। ਅਕੋਰਡਿੰਗ ਟੂ ਸਬਜੈਕਟ ਇੱਥੇ ਚੇਂਜ ਕੀਤਾ ਅਸੀਂ। ਇਹ ਡਿਫਰੈਂਟ ਟਾਈਪ ਦੇ ਸੈਂਟੈਂਸਸ ਹੈ, ਬਾਕੀ ਰੂਲ ਉਸੇ ਤਰੀਕੇ ਦਾ ਨਾਲ ਹੈ। ਲੇਕਿਨ ਹੁਣ ਇੱਥੇ ਥੋੜਾ ਜਿਹਾ ਆਪਾਂ ਜੋ ਡਿਫਰੈਂਸ ਦੇਖਦੇ ਹਾਂ ਨੈਕਸਟ ਆਉਣ ਵਾਲੇ ਸੈਂਟੈਂਸਸ ਦੇ ਵਿੱਚ, ਇਹਦੇ ਵਿੱਚ ਦੇਖੀਏ, Rama was too strong not to bend the bow। not ਪਹਿਲੇ ਹੀ ਲੱਗਾ ਹੋਇਆ, to ਦੇ ਨਾਲ not to ਆ ਗਿਆ। ਹੁਣ ਇਸ ਸੈਂਟੈਂਸ ਦੇ ਵਿੱਚ ਆਪਾਂ ਜੋ ਟ੍ਰਾਂਸਫਾਰਮ ਕਰਨਾ ਹੈ ਉਹਦੇ ਵਿੱਚ not ਨਹੀਂ ਲੈ ਕੇ ਆਣਾ। ਅਗਰ ਇੱਕ ਨੈਗੇਟਿਵ ਹੈ ਤੇ ਦੂਸਰੇ ਸੈਂਟੈਂਸ ਨੂੰ ਪੋਜ਼ਿਟਿਵ ਬਣਾਉਣਾ ਹੈ। ਔਰ ਆਪਾਂ ਜੋ ਪਹਿਲੇ ਦੇਖਿਆ ਕਿ ਫਰਸਟ ਅਗਰ ਅਫਰਮੇਟਿਵ ਸੀਗਾ ਤੇ ਉਹਨੂੰ ਨੈਗੇਟਿਵ ਕੈਨ ਨਾਟ, ਕੁਡ ਨਾਟ ਦੇ ਵਿੱਚ ਚੇਂਜ ਕੀਤਾ, ਲੇਕਿਨ ਇੱਥੇ not ਪਹਿਲੇ ਹੀ ਦਿੱਤਾ ਹੋਇਆ। ਇਸ ਕਰਕੇ ਆਪਾਂ ਇਹਨੂੰ ਸੈਂਟੈਂਸ ਨੂੰ ਲਿਖਾਂਗੇ, Rama was so strong that he could bend the bow। ਪੋਜ਼ਿਟਿਵ ਕਰ ਲਿਆ ਉਹਨੂੰ ਸੈਂਟੈਂਸ ਨੂੰ, ਔਰ ਬਾਕੀ ਰੂਲ ਉਸੇ ਤਰੀਕੇ ਦੇ ਨਾਲ ਅਪਲਾਈ ਕੀਤਾ। ਕੁਡ ਲਿਖਿਆ ਕਿਉਂਕਿ was ਹੈ। ਇਸੇ ਤਰ੍ਹਾਂ ਸੈਂਟੈਂਸਸ ਨੂੰ ਟੂ ਰਿਮੂਵ ਕਰਨ ਵਾਸਤੇ ਆਪਾਂ ਜੋ ਐਗਜ਼ਾਮਪਲ ਦੇਖੇ ਉਹਦੀ ਕੰਡੀਸ਼ਨ ਕੀ ਸੀਗੀ, ਉਹਦੀ ਕੰਡੀਸ਼ਨ ਆ ਸੀਗੀ ਕਿ ਇਸ ਕੰਡੀਸ਼ਨ ਦੇ ਵਿੱਚ TOO ਦੇ ਅੱਗੇ to ਜਾਂ for ਦਿੱਤਾ ਹੋਏ। ਲੇਕਿਨ ਹੁਣ ਅਸੀਂ ਉਹ ਸੈਂਟੈਂਸ ਕਰਾਂਗੇ ਜਿਹਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਏਗਾ। ਸੈਕਿੰਡ ਕੇਸ ਕੀ ਹੈ, ਜਿੱਥੇ ਕਿ to ਦੇ ਨਾਲ ਇਹ TO ਨਹੀਂ ਲੱਗਾ ਹੋਇਆ। ਔਰ ਇਸ ਤਰ੍ਹਾਂ ਦੇ ਸੈਂਟੈਂਸ ਦੇਖੀਏ,
ਉਹਨਾਂ ਨੂੰ ਹਟਾਉਣ ਵਾਸਤੇ ਉੱਥੇ ਟੀ ਡਬਲ ਓ ਨੂੰ ਰਿਮੂਵ ਕਰਨ ਵਾਸਤੇ ਇਹਨਾਂ ਵਰਡਸ ਨੂੰ ਯੂਜ਼ ਕਰਾਂਗੇ ਆਪਾਂ। ਵੈਰੀ, ਮੋਰ ਦੈਨ ਐਨਫ, ਐਕਸਟ੍ਰੀਮਲੀ, ਟੂ ਅ ਫਾਲਟ, ਬਿਯੋਂਡ ਅ ਪ੍ਰੋਪਰ ਲਿਮਿਟ, ਓਵਰ ਐਟਸੈਟਰਾ। ਇਹ ਸਾਰੇ ਡਿਫਰੈਂਟ ਵਰਡ ਹੈ। ਮੋਰ ਦੈਨ ਐਨਫ ਇੱਕ ਹੀ ਹੈ, ਐਕਸਟ੍ਰੀਮਲੀ ਡਿਫਰੈਂਟ ਹੈ। ਇਸ ਤਰ੍ਹਾਂ ਦੇ ਵਰਡਸ ਦਾ ਅਗਰ ਤੁਸੀਂ ਮੀਨਿੰਗ ਦੇਖੋ ਤੇ ਸਭ ਦਾ ਮੀਨਿੰਗ ਸੇਮ ਹੀ ਹੈ, ਸਭ ਦਾ ਮੀਨਿੰਗ ਜ਼ਿਆਦਾ, ਲੇਕਿਨ ਇਹਨਾਂ ਨੂੰ ਯੂਜ਼ ਕਰਨ ਦੇ ਲਈ ਡਿਫਰੈਂਟ ਲਿਮਿਟੇਸ਼ਨਸ ਆ ਕਿ ਐਪਰੋਪਰੀਏਟ ਵਰਡਿੰਗ ਕਿੱਥੇ ਯੂਜ਼ ਕਰਨੀ ਹੈ। ਐਪਰੋਪਰੀਏਟ ਯੂਜ਼ ਸੈਂਟੈਂਸ ਦੇ ਵਿੱਚ ਹੀ ਜਾ ਕੇ ਪਤਾ ਲੱਗੇਗਾ। ਫॉर एग्जाम्पल, फर्स्ट सेंटेंस, he ate too much, he ate too much। एंड द ट्रांसफॉर्म सेंटेंस, ਹੁਣ ਇੱਥੇ ਦੇਖੀਏ ਟੀ ਡਬਲ ਓ ਦੇ ਅੱਗੇ ਟੂ ਨਹੀਂ ਲੱਗਾ, ਟੀ ਓ ਵਾਲਾ, ਇਸ ਕਰਕੇ ਆਪਾਂ ਪਿਛਲਾ ਜੋ ਮੈਥਡ ਹੈ ਉਹਨੂੰ ਆਪਾਂ ਇੱਥੇ ਨਹੀਂ ਯੂਜ਼ ਕਰ ਸਕਦੇ। ਔਰ ਇੱਥੇ ਜੋ ਸੈਂਟੈਂਸ ਬਣੇਗਾ ਸਾਡਾ, he ate more than enough, ਜ਼ਰੂਰਤ ਤੋਂ ਜ਼ਿਆਦਾ ਖਾ ਲਿਆ। See the next sentence, she is too clever, and the answer is she is very clever, बहुत ज़्यादा। Next, there is too hot, there is extremely hot। she is too confident, she is very confident या over confident भी word इथे use हो सकता है। सो दो कंडीशंस है, एक टी डबल ओ दे नाल सिंगल टू वाला दिता है और दूसरा इस तरह ਦੇ जो सेकंड केस ਦੇ ਵਿੱਚ ਹੈ ਆ वर्ड्स ਨੂੰ ਆਪਾਂ यूज करके टी डबल ओ ਨੂੰ रिमूव कर सकते हैं। ਇਹ ਇਸ ਤਰ੍ਹਾਂ ਦੇ ਸੈਂਟੈਂਸ ਸੀਗੇ ਔਰ ਦੂਸਰੇ ਤਰੀਕੇ ਦੇ ਨਾਲ ਇੰਟਰਚੇਂਜ ਕਰਨਾ ਵੀ ਆ ਸਕਦਾ ਹੈ। ਫॉर एग्जाम्पल, ਤੁਹਾਨੂੰ एग्जाम ਦੇ ਵਿੱਚ she is very clever ਆ ਗਿਆ ਐਂਡ ਬ੍ਰੈਕਟ ਦੇ ਵਿੱਚ ਦਿੱਤਾ ਹੋਇਆ use to, then you will do the opposite। ਇੱਥੇ ਇਹਦਾ ਉਲਟਾ ਤੁਸੀਂ ਕਰ ਦੋਗੇ, ਮਤਲਬ ਆ ਅਗਰ ਕੁਐਸਚਨ ਹੈ ਤੇ ਤੁਹਾਡਾ ਆ ਆਨਸਰ ਬਣੇਗਾ। ਤੁਸੀਂ ਇੱਥੇ to ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰਨਾ ਹੈ, ਰਿਮੂਵ ਕਰਨਾ ਹੈ ਤੇ ਆ ਆਨਸਰ ਆਏਗਾ। ਔਰ ਇਸੇ ਤਰੀਕੇ ਦੇ ਨਾਲ ਅਗਰ ਇਹਨਾਂ ਸੈਂਟੈਂਸਸ ਦੇ ਵਿੱਚ ਆ ਸੈਂਟੈਂਸ ਆ ਗਿਆ, ਹੀ ਵਾਜ਼ ਸੋ ਵੀਕ ਦੈਟ ਹੀ ਕੁਡ ਨਾਟ ਗੈਟ ਗੁੱਡ ਮਾਰਕਸ, ਔਰ ਲਿਖਿਆ ਯੂਜ਼ ਟੂ ਟੀ ਡਬਲ ਓ, ਫਿਰ ਸੋ ਦੀ ਜਗ੍ਹਾ ਟੂ ਕਿਵੇਂ ਲਗਾਉਣਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸੋ ਦੀ ਜਗ੍ਹਾ ਟੂ ਔਰ ਦੈਟ ਦੀ ਜਗ੍ਹਾ ਇਹ ਵਾਲਾ ਟੂ ਲਗਾ ਕੇ ਇਸ ਸੈਂਟੈਂਸ ਨੂੰ ਇੰਟਰਚੇਂਜ ਕਰਨਾ ਹੈ। ਮੀਨਸ ਜੋ ਤੁਸੀਂ ਇੱਥੇ ਲਿਖ ਰਹੇ ਹੋ ਉਹਦਾ ਕੁਐਸਚਨ ਤੁਸੀਂ ਕ੍ਰੀਏਟ ਕਰਨਾ ਹੈ। ਇਹ ਦੋਨੋਂ ਤਰੀਕੇ ਦੇ ਕੁਐਸਚਨਸ ਜਿਹੜੇ ਆ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਆ। ਥੈਂਕ ਯੂ।